ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। मैं हाँ ਤੁਹਾਡੇ ਨਾਲ ਅਰਸ਼ਦੀਪ। ਅਸੀਂ ਦੁਨੀਆ 'ਚ ਕਿਤੇ ਵੀ ਬੈਠੇ ਹੋਈਏ, ਹਰ ਸਮੇਂ ਹਰ ਘੰਟੇ ਕਿਤੇ ਨਾ ਕਿਤੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਤੇ ਇਸ ਲਈ ਹਰ ਕੋਈ ਫਿਕਰਮੰਦ ਵੀ ਹੈ, ਚਾਹੇ ਉਹ ਆਮ ਲੋਕ ਹੋਣ, ਚਾਹੇ ਸਰਕਾਰਾਂ ਹੋਣ, ਚਾਹੇ ਉਹ ਕਾਨੂੰਨ ਬਣਾ ਰਹੇ ਨੇ, ਪਰ ਫਿਰ ਵੀ ਇਹ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਤੇ ਘਟਨਾ ਵਿੱਚ ਹੁਣ ਤੱਕ ਘੱਟੋ ਘੱਟ 11 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਪੁਲਿਸ ਨੇ 72 ਸਾਲਾ ਹਮਲਾਵਰ ਦੇ ਇਸ ਘਟਨਾ ਵਿੱਚ ਮਾਰੇ ਜਾਣ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਤੇ ਹਮਲੇ ਦੇ ਕਾਰਨਾਂ ਬਾਰੇ ਪਤਾ ਲਗਾਉਣਾ ਹਾਲੇ ਬਾਕੀ ਹੈ। ਆਓ ਵਿਸਥਾਰ ਨਾਲ ਇਸ ਬਾਰੇ ਗੱਲ ਕਰੀਏ। ਇੱਥੇ ਚੀਨੀ ਨਵਾਂ ਸਾਲ ਮਨਾਇਆ ਜਾ ਰਿਹਾ ਸੀ, ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਜਿਸ ਕਰਕੇ ਹਜ਼ਾਰਾਂ ਲੋਕ ਇਕੱਠੇ ਹੋਏ ਸੀ। ਸੋਸ਼ਲ ਮੀਡੀਆ ਤੇ ਵਾਇਰਲ ਹੋਏ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਹਨ ਤੇ ਸਥਾਨਕ ਸਮੇਂ ਅਨੁਸਾਰ ਇਹ ਘਟਨਾ ਰਾਤ ਦੇ 10:30 ਯਾਨੀ 10:20 ਦੇ ਕਰੀਬ ਵਾਪਰਦੀ ਹੈ। ਪੁਲਿਸ ਨੇ ਦੱਸਿਆ ਕਿ ਜਿੱਥੇ ਗੋਲੀਬਾਰੀ ਹੋਈ ਸੀ, ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਲੋਕ ਚੀਕ ਚਿਹਾੜਾ ਪਾ ਰਹੇ ਸਨ। ਕੈਲੀਫੋਰਨੀਆ ਦੇ ਲਾਸ ਐਂਜਲਸ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 10 ਲੋਕਾਂ ਨੂੰ ਮਾਰਨ ਵਾਲੇ ਮਸ਼ਕੂਕ ਦੀ ਮੌਤ ਹੋ ਗਈ ਹੈ ਤੇ 11 ਲੋਕ ਹੁਣ ਤੱਕ ਮਾਰੇ ਗਏ ਦੱਸੇ ਜਾ ਰਹੇ ਹਨ। ਪੁਲਿਸ ਅਨੁਸਾਰ ਸ਼ੱਕੀ ਦੀ ਲਾਸ਼ ਉਸੇ ਵੈਨ ਵਿੱਚੋਂ ਬਰਾਮਦ ਹੋਈ ਜਿਸ ਵਿੱਚ ਉਹ ਹਮਲੇ ਤੋਂ ਬਾਅਦ ਫਰਾਰ ਹੋਇਆ। ਲੂਨਰ ਨਿਊ ਈਅਰ ਦੇ ਸਬੰਧ ਵਿੱਚ ਲਾਸ ਐਂਜਲਸ ਦੇ ਬਾਲਰੂਮ ਡਾਂਸ ਕਲੱਬ ਦੇ ਵਿੱਚ ਮਨਾਏ ਜਾ ਰਹੇ ਜਸ਼ਨਾਂ ਦੇ ਦੌਰਾਨ ਕਲੱਬ ਵਿੱਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ 11 ਵਿਅਕਤੀਆਂ ਦੀ ਜਾਨ ਲੈਣ ਵਾਲੇ ਮਸ਼ਕੂਕ ਦੀ ਭਾਲ ਐਤਵਾਰ ਨੂੰ ਉਸ ਸਮੇਂ ਮੁੱਕੀ ਸੀ ਜਦੋਂ ਉਸ ਦੀ ਲਾਸ਼ ਉਸੇ ਵੈਨ ਚੋਂ ਮਿਲੀ ਜਿਸ ਵਿੱਚ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਗੋਲੀਬਾਰੀ ਦੀ ਘਟਨਾ ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਮੌਂਟਰੇ ਪਾਰਕ ਵਿੱਚ ਸਥਿਤ ਸਟਾਰ ਬਾਲਰੂਮ ਡਾਂਸ ਸਟੂਡੀਓ ਵਿੱਚ ਵਾਪਰੀ ਸੀ। ਮੌਂਟਰੇ ਪਾਰਕ ਲਾਸ ਐਂਜਲਸ ਦੇ ਪੱਛਮੀ ਸ਼ੋਰ ਤੇ ਸਥਿਤ ਇੱਕ ਨਿੱਕਾ ਜਿਹਾ ਕਸਬਾ ਹੈ ਜਿਸ ਦੀ ਆਬਾਦੀ ਕਰੀਬ 60,000 ਹੈ ਤੇ ਇਸ ਕਸਬੇ ਦੀ ਕਰੀਬ 2/3 ਆਬਾਦੀ ਏਸ਼ੀਆਈ ਅਮਰੀਕਨਸ ਦੀ ਹੈ। ਮੈਟਰੋ ਪਾਰਕ ਵਿੱਚ ਜਸ਼ਨ ਦੱਖਣੀ ਕੈਲੀਫੋਰਨੀਆ ਵਿੱਚ ਚੀਨੀ ਨਵੇਂ ਸਾਲ ਦੇ ਸਭ ਤੋਂ ਵੱਡੇ ਸਮਾਗਮਾਂ ਦੇ ਵਿੱਚੋਂ ਇੱਕ ਹੈ। ਇੱਥੇ 2 ਰੋਜ਼ਾ ਸਮਾਗਮ ਦੀ ਯੋਜਨਾ ਬਣਾਈ ਗਈ ਸੀ, ਪਰ ਗੋਲੀਬਾਰੀ ਤੋਂ ਬਾਅਦ ਅਧਿਕਾਰੀਆਂ ਨੇ ਐਤਵਾਰ ਦੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਸੀ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਕਾਰੇ ਨੂੰ ਅੰਜਾਮ ਦੇ ਕੇ ਜਦੋਂ ਮਸ਼ਕੂਕ ਦੂਜੇ ਕਲੱਬ ਗਿਆ ਤਾਂ ਲੋਕਾਂ ਵੱਲੋਂ ਉਸ ਦੇ ਮਨਸੂਬਿਆਂ ਉੱਤੇ ਪਾਣੀ ਫੇਰ ਦਿੱਤਾ ਗਿਆ। ਲਾਸ ਐਂਜਲਸ ਕਾਉਂਟੀ ਸ਼ੈਰਿਫ ਰਾਬਰਟ ਲੂਨਾ ਵੱਲੋਂ ਇਸ ਮਸ਼ਕੂਕ ਦੀ ਪਛਾਣ 72 ਸਾਲਾ ਹੂ ਕੈਨ ਟ੍ਰੈਨ ਵਜੋਂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸੇ ਹੋਰ ਮਸ਼ਕੂਕ ਦੀ ਪੁਲਿਸ ਨੂੰ ਭਾਲ ਨਹੀਂ ਹੈ। ਸ਼ਾਮ ਸਮੇਂ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੂਨਾ ਨੇ ਦੱਸਿਆ, ਇਸ ਹਮਲੇ ਪਿਛਲੇ ਮੰਤਵ ਬਾਰੇ ਅਜੇ ਕੁਝ ਸਪਸ਼ਟ ਨਹੀਂ ਹੋ ਸਕਿਆ। The investigation continues, and that is something we are all extremely, we want to know. We want to know how something like this, something this awful can happen. Today, the Sheriff's Homicide investigators, working alongside all of our law enforcement partners, were able to confirm the identity of the male inside the white cargo van as the suspect in the mass shooting that we had in Monterey Park. As Torrance officers pulled behind the vehicle, the white van entered a shopping center parking lot. When officers exited their patrol vehicle to contact the occupant, they heard one gunshot coming from within the van. Officers retreated and requested several tactical teams to respond. 2 armored vehicles responded and were able to restrict the van's movement. Our sheriff's SWAT team approached and cleared the van and determined the suspect sustained a self-inflicted gunshot wound and was pronounced dead at the scene. Investigators conducted a search of the vehicle and determined the male inside the van was the mass shooting suspect. During the search, several pieces of evidence were found inside the van linking the suspect to both locations in Monterey Park and Alhambra. In addition, a handgun was discovered inside the van. The suspect has been identified as Hu Can Tran. He is a 72-year-old male Asian. I can confirm that there are no outstanding suspects from the mass shooting incident that occurred
in the city of Monterey. ਲਾਸ ਐਂਜਲਸ ਦੇ ਕਾਉਂਟੀ ਸ਼ੈਰਿਫ ਰਾਬਰਟ ਲੂਨਾ ਅਨੁਸਾਰ ਇਸ ਘਟਨਾ ਵਿੱਚ 10 ਹੋਰ ਲੋਕ ਵੀ ਜ਼ਖਮੀ ਹੋਏ ਹਨ। ਲੂਨਾ ਨੇ ਦੱਸਿਆ ਮਾਰੇ ਗਏ ਲੋਕਾਂ ਦੀ ਸਹੀ ਉਮਰ ਦਾ ਅਜੇ ਅੰਦਾਜ਼ਾ ਨਹੀਂ ਲਗਾਇਆ ਗਿਆ, ਪਰ ਉਹ ਸਾਰੇ 50 ਸਾਲ ਤੋਂ ਉੱਤੇ ਸਨ। ਉਹਨਾਂ ਦੱਸਿਆ ਕਿ ਅਜੇ 7 ਵਿਅਕਤੀ ਹਸਪਤਾਲ ਵਿੱਚ ਜੇਰੇ ਇਲਾਜ ਵੀ ਹਨ। ਸ਼ੈਰਿਫ ਨੇ ਦੱਸਿਆ ਮਸ਼ਕੂਕ ਕੋਲ ਸੈਮੀ ਆਟੋਮੈਟਿਕ ਪਿਸਟਲ ਸੀ, ਜਿਸ ਦਾ ਐਕਸਟੈਂਡਡ ਮੈਗਜ਼ੀਨ ਸੀ, ਜੋ ਕਿ ਕੈਲੀਫੋਰਨੀਆ ਦੇ ਕਾਨੂੰਨ ਮੁਤਾਬਿਕ ਗੈਰ ਕਾਨੂੰਨੀ ਹੈ, ਕਿਉਂਕਿ 10 ਰੌਂਦ ਤੋਂ ਵੱਧ ਦੀ ਮੈਗਜ਼ੀਨ ਤੇ ਸੂਬੇ ਵਿੱਚ ਪਾਬੰਦੀ ਹੈ। ਇਸ ਤੋਂ ਇਲਾਵਾ ਜਿਸ ਵੈਨ ਵਿੱਚ ਟ੍ਰੈਨ ਮ੍ਰਿਤ ਪਾਇਆ ਗਿਆ, ਉੱਥੇ ਪੁਲਿਸ ਨੂੰ ਇੱਕ ਦੂਜੀ ਹੈਂਡਗਨ ਵੀ ਮਿਲੀ। ਇਸ ਤੋਂ ਪਹਿਲਾਂ ਹਾਸਲ ਹੋਈਆਂ ਖਬਰਾਂ ਦੇ ਅਨੁਸਾਰ ਲਾਸ ਐਂਜਲਸ ਵਿੱਚ ਮਨਾਏ ਜਾ ਰਹੇ ਲੂਨਰ ਨਿਊ ਈਅਰ ਦੇ ਜਸ਼ਨਾਂ ਦੇ ਵਿੱਚ ਇੱਕ ਗਨਮੈਨ ਦੇ ਵੱਲੋਂ 10 ਵਿਅਕਤੀਆਂ ਦੀ ਜਾਨ ਲੈ ਲਈ ਗਈ ਤੇ ਉਸ ਤੋਂ ਬਾਅਦ ਇੱਕ ਹੋਰ ਵਿਅਕਤੀ ਮ੍ਰਿਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ। ਇਸ ਤੋਂ ਬਾਅਦ ਉਹ ਇੱਕ ਹੋਰ ਡਾਂਸ ਹਾਲ ਨੂੰ ਆਪਣਾ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ, ਪਰ ਉਹ ਅਜਿਹਾ ਨਹੀਂ ਕਰ ਸਕਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਸ਼ੈਰਿਫ ਨੇ ਦੱਸਿਆ ਜਦੋਂ ਪੁਲਿਸ ਤਰਾਨ ਦੁਆਰਾ ਚਲਾਈ ਜਾ ਰਹੀ ਚਿੱਟੇ ਰੰਗ ਦੀ ਵੈਨ ਦੇ ਨਜ਼ਦੀਕ ਪਹੁੰਚੀ ਤਾਂ ਟ੍ਰੈਨ ਨੇ ਆਪਣੇ ਤੇ ਬੰਦੂਕ ਤਾਣ ਕੇ ਗੋਲੀ ਚਲਾ ਦਿੱਤੀ। ਅਧਿਕਾਰੀਆਂ ਨੇ ਸਿਰਫ ਇੱਕ ਗੋਲੀ ਦੀ ਆਵਾਜ਼ ਸੁਣੀ ਅਤੇ ਉਸ ਤੋਂ ਬਾਅਦ ਸਵੈਟ ਟੀਮ ਨੂੰ ਸੱਦ ਲਿਆ ਗਿਆ ਤੇ ਕਈ ਘੰਟਿਆਂ ਤੱਕ ਇਸ ਮਸ਼ਕੂਕ ਦੀ ਭਾਲ ਕਰਨ ਤੋਂ ਬਾਅਦ ਪੁਲਿਸ ਨੇ ਇੱਕ ਚਿੱਟੇ ਰੰਗ ਦੀ ਵੈਨ ਨੂੰ ਘੇਰਿਆ। ਇਸ ਸ਼ੂਟਿੰਗ ਦੇ ਨਾਲ ਲਾਸ ਐਂਜਲਸ ਏਰੀਆ ਵਿੱਚ ਮੌਜੂਦ ਏਸ਼ੀਅਨ ਅਮਰੀਕਨ ਕਮਿਊਨਿਟੀ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਅਤੇ ਦੇਸ਼ ਭਰ ਵਿੱਚ ਮਨਾਏ ਜਾ ਰਹੇ ਲੂਨਰ ਈਅਰ ਜਸ਼ਨਾਂ ਦਾ ਮਜ਼ਾ ਵੀ ਕਿਰਕਰਾ ਹੋ ਗਿਆ। ਹੋਰਨਾਂ ਸ਼ਹਿਰਾਂ ਵਿੱਚ ਅਜਿਹੇ ਜਸ਼ਨਾਂ ਵਾਲੀਆਂ ਥਾਵਾਂ ਉੱਤੇ ਵਧੇਰੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਲਾਸ ਐਂਜਲਸ ਕਾਉਂਟੀ ਸ਼ੈਰਿਫ ਨੇ ਦੱਸਿਆ ਕਿ ਮੌਂਟੇਰੀ ਪਾਰਕ ਦੇ ਵਿੱਚ ਸਟਾਰ ਬਾਲਰੂਮ ਡਾਂਸ ਸਟੂਡੀਓ ਦੇ ਵਿੱਚ ਇਸ ਘਟਨਾ ਦੇ ਵਿੱਚ 5 ਮਹਿਲਾਵਾਂ ਅਤੇ 5 ਪੁਰਸ਼ ਮਾਰੇ ਗਏ, ਜਦਕਿ 10 ਹੋਰ ਜ਼ਖਮੀ ਹੋਏ ਅਤੇ ਇੱਕ ਹੋਰ ਦੀ ਪੁਸ਼ਟੀ ਹੁਣ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ 20 ਤੋਂ 30 ਮਿੰਟ ਤੋਂ ਬਾਅਦ ਇੱਕ ਵਿਅਕਤੀ ਗਨ ਲੈ ਕੇ ਨੇੜੇ ਹੀ ਸਥਿਤ ਅਲਾਂਬਰਾ ਵਿੱਚ ਲਾਈ ਬਾਲਰੂਮ ਦੇ ਵਿੱਚ ਦਾਖਲ ਹੋਇਆ। ਅਧਿਕਾਰੀਆਂ ਦਾ ਮੰਨਣਾ ਹੈ ਇਹ ਦੋਵੇਂ ਘਟਨਾਵਾਂ ਇੱਕ ਦੂਜੇ ਦੇ ਨਾਲ ਸੰਬੰਧਿਤ ਹਨ। ਇਸ ਘਟਨਾਕ੍ਰਮ ਪਿੱਛੇ ਗਨਮੈਨ ਦਾ ਮੰਤਵ ਕੀ ਸੀ, ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਉੱਥੇ ਲੋਕਾਂ ਨੇ ਉਸ ਕੋਲੋਂ ਕਿਸੇ ਤਰੀਕੇ ਨਾਲ ਬੰਦੂਕ ਖੋਈ ਅਤੇ ਮਸ਼ਕੂਕ ਉੱਥੋਂ ਫਰਾਰ ਹੋਇਆ। ਕਾਫੀ ਸੰਭਵ ਹੈ ਕਿ ਸ਼ੱਕੀ ਹਮਲਾਵਰ ਹੋਰ ਮਾਸੂਮ ਲੋਕਾਂ ਦੀ ਜਾਨ ਲੈਣ ਦੇ ਲਈ ਉੱਥੇ ਦਾਖਲ ਹੋਇਆ ਸੀ। ਪਰ ਭਾਈਚਾਰੇ ਦੇ 2 ਬਹਾਦਰ ਲੋਕਾਂ ਨੇ ਤੁਰੰਤ ਕਾਰਵਾਈ ਦਾ ਫੈਸਲਾ ਕੀਤਾ ਅਤੇ ਉਸ ਕੋਲੋਂ ਹਥਿਆਰ ਖੋਹ ਲਿਆ। ਡੀਆਰਮ ਕਰਨ ਵਾਲਾ ਇੱਕ ਵਿਅਕਤੀ ਸਾਹਮਣੇ ਆਇਆ ਅਤੇ ਉਸਨੇ ਆਪਣੀ ਹੱਡ ਬੀਤੀ ਵੀ ਦੱਸੀ ਹੈ, ਆਪ ਬੀਤੀ ਵੀ ਦੱਸੀ ਹੈ ਕਿ ਕੀ ਕੁਝ ਹੋਇਆ ਜਦੋਂ ਉਹ ਉਸ ਵਿਅਕਤੀ ਕੋਲੋਂ ਹਥਿਆਰ ਖੋਹ ਰਿਹਾ ਸੀ, ਜਿਸ ਕਰਕੇ ਹੁਣ ਲੋਕਾਂ ਵੱਲੋਂ ਉਸਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। I couldn't believe what happened. Well, it was Chinese New Year's. We were hosting a social dance party. I was in the lobby. It was late into the evening. Most of our customers already left. I wasn't paying attention to the front door. I was looking into the dance ballroom, the dance floor, and this is when I heard the sound of the front door creaking closing, and instantly followed by the sound of a metal object clinking together as if they were rubbing. That's when I turned around and saw that there was an Asian man holding a gun. My first thoughts was I was going to die here. This was it. This was somebody I have never seen before. He didn't seem like he was here for any money. He wasn't here to rob us. When he was looking around the room, it seemed like he was looking for targets, people to harm. This is when he started prepping his weapon, and something came over me. I realized I needed to get the weapon away from him. I needed to take this weapon, disarm him, or else everybody would have died. When I got the courage, I lunged at him with both my hands, grabbed the weapon, and we had a struggle. We struggled into the lobby, trying to get this gun away from each other. He was hitting me across the face, bashing the back of my head. I was trying to use my elbows to separate the gun away from him, creating some distance. Finally, at one point, I was able to pull the gun away from him, shove him aside, create some distance, point the gun at him, intimidate him, shout at him and say, "Get the hell out of here. I'll shoot. Get away. Go." And at this point, I thought he would run away, but he was just standing there contemplating whether to fight or to run away.
I really thought I would have to shoot him if he came at me. This is when he turned around and walked out the door, jogged back to his van. I immediately called police with the gun still in my hand. I noticed there was bruising all over my body. My face has a bruise across the nose, and the back of my head has some bruising. I can't believe that this could happen. Well, a lot of people have been telling me how much courage I had to confront a situation like this. But you know what courage is? Courage is not the absence of fear, but rather the ability to have adversity to fear when fearful events happen, such as this. And in crises like this, the people need courage, especially the victims, their friends, their families. My heart goes out to everybody involved, especially the people in Stardance Studio and Monterey Park. I hope they could find the courage and the strength to persevere. ਇੱਕ ਹੋਰ ਸ਼ਰਮਦੀਦ ਨੇ ਦੱਸਿਆ ਕਿ 3 ਲੋਕ ਉਸ ਦੇ ਰੈਸਟੋਰੈਂਟ ਵਿੱਚ ਭੱਜ ਕੇ ਆਏ ਅਤੇ ਉਹਨਾਂ ਨੇ ਉਸ ਨੂੰ ਤੁਰੰਤ ਦਰਵਾਜ਼ਾ ਬੰਦ ਕਰਨ ਦੇ ਲਈ ਕਿਹਾ ਕਿਉਂਕਿ ਇਲਾਕੇ ਵਿੱਚ ਇੱਕ ਵਿਅਕਤੀ ਸੀ ਜਿਸ ਕੋਲ ਮਸ਼ੀਨ ਗਨ ਸੀ ਜਿੱਥੇ ਇੱਕ ਬੰਦੂਕਧਾਰੀ ਆਇਆ ਜਿਸ ਨੇ ਜ਼ਿਆਦਾਤਰ ਏਸ਼ੀਅਨ ਅਮਰੀਕੀ ਲੋਕਾਂ ਤੇ ਕਈ ਗੋਲੀਆਂ ਫਾਇਰ ਕਰ ਦਿੱਤੀਆਂ। ਇੱਕ ਚਸ਼ਮਦੀਦ ਗਵਾਹ ਨੇ ਵੀ ਦੱਸਿਆ ਕਿ ਇੱਕ ਵਿਅਕਤੀ ਨੂੰ ਮਸ਼ੀਨ ਗਨ ਨਾਲ ਦੇਖਣ ਦੀ ਗੱਲ ਦੱਸੀ ਗਈ ਹੈ। ਇੱਕ ਚਸ਼ਮਦੀਦ ਨੇ ਦੱਸਿਆ ਕਿ ਕੁਝ ਮਿੰਟਾਂ ਬਾਅਦ ਕੋਈ ਵਿਅਕਤੀ ਕਾਰ ਵਿੱਚ ਭੱਜ ਕੇ ਬੈਠ ਗਿਆ। ਕਈ ਚਸ਼ਮਦੀਦ ਸਾਹਮਣੇ ਆ ਰਹੇ ਹਨ। 2 ਮਾਮਲੇ ਵਾਪਰਨ ਦੀ ਗੱਲ ਕਹੀ ਗਈ ਹੈ ਤੇ ਦੋਹਾਂ ਮਾਮਲਿਆਂ ਦੇ ਵਿੱਚ ਮਸ਼ਕੂਕ ਏਸ਼ੀਅਨ ਮੂਲ ਦਾ ਵਿਅਕਤੀ ਦੱਸਿਆ ਗਿਆ ਸੀ ਤੇ ਐਤਵਾਰ ਨੂੰ ਅਧਿਕਾਰੀਆਂ ਨੇ ਆਖਿਆ ਉਹ ਮਸ਼ਕੂਕ ਦਾ ਨਾਂ ਤਾਂ ਜਾਣਦੇ ਹਨ ਪਰ ਉਹਨਾਂ ਨੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਵੱਲੋਂ ਏਸ਼ੀਆਈ ਮੂਲ ਦੇ ਇੱਕ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਗਈ ਜਿਸ ਨੇ ਨਿਗਾਹ ਵਾਲੀਆਂ ਐਨਕਾਂ ਲਾਈਆਂ ਹੋਈਆਂ ਸਨ ਤੇ ਸਿਆਲਾਂ ਵਾਲੀ ਟੋਪੀ ਪਾਈ ਹੋਈ ਸੀ ਪਰ ਉਸ ਤੋਂ ਬਾਅਦ ਹੁਣ ਨਵੀਂ ਜਾਣਕਾਰੀ ਦੇ ਅਨੁਸਾਰ ਮਸ਼ਕੂਕ ਵੀ ਮ੍ਰਿਤ ਪਾਇਆ ਗਿਆ ਤੇ 11 ਲੋਕ ਮ੍ਰਿਤ ਪਾਏ ਗਏ ਨੇ ਤੇ ਬਾਕੀ ਜ਼ਖਮੀ ਹਾਲਾਤ ਦੇ ਵਿੱਚ ਹਨ। ਉਧਰ ਰਾਸ਼ਟਰਪਤੀ ਬਾਈਡਨ ਨੇ ਵੀ ਇਸ ਘਟਨਾ ਦੇ ਪ੍ਰਤੀ ਦੁੱਖ ਜ਼ਾਹਿਰ ਕੀਤਾ ਤੇ ਦੂਜੇ ਪਾਸੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਘਟਨਾ ਦੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੀਆਂ ਸੰਵੇਦਨਾਵਾਂ ਦਿੱਤੀਆਂ। Morning everyone. It's a pleasure to be here in Vancouver back for one of the first in-person Chinatown Lunar New Year parades in a long while. It's going to be a nice moment for everyone to gather. Of course, these celebrations will be tinged with sadness and support for the community in California that is reeling right now after the horrific news coming out last night in Monterey Park. We, of course, will be there for whatever kind of support Canada can offer, but our hearts go out to all the communities and the families of the loved ones who were affected by this terrible incident around New Year's celebrations. ਦੁਨੀਆ ਦੇ ਹਰ ਕੋਨੇ ਚੋਂ ਲੋਕ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਚਾਹੇ ਰਾਸ਼ਟਰਪਤੀ ਬਾਈਡਨ ਹੋਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣ ਜਾਂ ਦੁਨੀਆ ਦਾ ਕੋਈ ਵੀ ਆਗੂ ਜਾਂ ਦੁਨੀਆ ਦਾ ਕੋਈ ਵੀ ਇਨਸਾਨ। ਦੂਜੇ ਪਾਸੇ ਜਾਂਚਕਰਤਾਵਾਂ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਕੀ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਵਜੋਂ ਅੰਜਾਮ ਦਿੱਤਾ ਗਿਆ। ਇਹ ਘਟਨਾ ਨਾ ਸਿਰਫ ਇਸ ਸਾਲ ਵਿੱਚ ਅਮਰੀਕਾ ਵਿੱਚ ਵਾਪਰੀ ਸਮੂਹਿਕ ਕਤਲੇਆਮ ਦੀ 5ਵੀਂ ਘਟਨਾ ਹੈ ਸਗੋਂ ਮਈ 2022 ਦੀ ਟੈਕਸਸ ਸ਼ੂਟਿੰਗ ਤੋਂ ਬਾਅਦ ਸਭ ਤੋਂ ਖੂਨੀ ਵਾਰਦਾਤ ਹੈ ਜਿੱਥੇ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਦੇ ਵਿੱਚ 21 ਲੋਕ ਮਾਰੇ ਗਏ ਸਨ। ਚਾਹੇ ਸਕੂਲ ਹੋਵੇ ਚਾਹੇ ਕਮਿਊਨਿਟੀ ਹੋਵੇ ਚਾਹੇ ਕੋਈ ਵੀ ਕਮਿਊਨਿਟੀ ਦਾ ਹਿੱਸਾ ਹੋਵੇ ਹਰ ਜਗ੍ਹਾ ਦੇ ਉੱਤੇ ਗੋਲੀਬਾਰੀ ਦੀਆਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਖਾਸ ਕਰਕੇ ਅਮਰੀਕਾ ਦੇ ਵਿੱਚ ਹਰ ਦਿਨ ਹਰ ਘੰਟੇ ਗੋਲੀਬਾਰੀ ਦੀਆਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਤੇ ਆਮ ਲੋਕ ਚਿੰਤਾ ਦੇ ਵਿੱਚ ਹਨ। ਜਿੱਥੇ ਲੂਨਰ ਨਿਊ ਈਅਰ ਮਨਾਇਆ ਜਾ ਰਿਹਾ ਸੀ ਤੇ ਨਿਊ ਈਅਰ ਦੇ ਜਸ਼ਨ ਰੋਕ ਦਿੱਤੇ ਗਏ ਉੱਥੇ ਹੀ ਉਹਨਾਂ ਪਰਿਵਾਰਾਂ ਦੇ ਵਿੱਚ ਮਾਤਮ ਛਾ ਗਿਆ ਜਿਨ੍ਹਾਂ ਦੇ ਪਿਆਰੇ ਇਸ ਦੁਨੀਆ ਤੋਂ ਚਲੇ ਗਏ ਹਨ। ਇਸ ਦੀ ਭਰਪਾਈ ਕੌਣ ਕਰੇਗਾ। ਹਾਲਾਂਕਿ ਉਹ ਹਮਲਾਵਰ ਮ੍ਰਿਤ ਪਾਇਆ ਗਿਆ ਮਨਸੂਬੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸਦੇ ਪਿਛੋਕੜ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਿਛੋਕੜ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਦੇ ਲੋਕਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਮਨਸੂਬੇ ਸੀ ਆਖਿਰ ਕੀ ਹੋ ਸਕਦਾ ਹੈ। ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਘਟਨਾਵਾਂ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਇਸ ਬਾਰੇ ਹਰ ਕੋਈ ਸਿਰ ਜੋੜ ਕੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਵੀ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ।